बेटा हमने तो बहुत खुश थे कि मेरा बेटा कॉलेज जाएगा। हम अपनी मेहनत से अपने बेटे को कॉलेज भेजा था। वहाँ से जब शाम होगी पता चला मेरे बेटे के पैर नहीं रहे। तो जी करता था मेरा कि मैं जगरांव पुल पहुंची हूं तो कि मैं नीचे पुल के चली जाऊं कि मैं बेटा अपना कैसे पाऊंगी। वहां पर पहुंची तो मेरा बेटा बिल्कुल बुरा हाल में था। मेरे से कुछ भी नहीं बर्दाश्त था। सिर्फ इतने मेरी आवाज निकली थी कि हाँ, कि रोने की जगह हाँ निकली, हाय बेटा क्या हुआ। मैं बेहोश होगी। मेरे को लोगों ने उठा के बाहर कर दिया। बेटा लेके अंदर चले गए। बिल्कुल ही मेरा सपने जो थे बड़े बेटे के कि 6 फुट लंबा था, साफ सुथरा था, इतना था कि मेरा ये नाम रोशन करेगा। तो मेरे को बहुत विश्वास था कि मेरा बेटा लायक बनेगा। जब मेरे बेटे के दोनों पैर नहीं रहे तो मेरे दिल के टुकड़े टुकड़े हो गए। मैं कैसे संभालूंगी। अभी लगे तो ये था। अब मेरे को ये लगता है कि इसके मैं नहीं रहूंगी तो इसकी देखभाल कौन करेगा। तो जब नहीं रहूंगी इनके तो क्या हाल होएगा। मेरी तो यही है कि इनको कोई काम मिल जाए मेरे जीते जी सामने। तो इनकी जो कोई गवर्नमेंट कोई भी बैठे वाला काम दिया जाए तो ये कर सकें तो हम आसानी से जी सकूंगी। कि रोटों पर खड़े होके 10-10, 5-5 रुपया इकट्ठा करके उन्होंने इलाज कराई है। तो इनको यही फिक्र होती कि मेरे को कोठे से फेंक दो, नहर में फेंक दो, मेरी सेवा मत करो, मैं तुम्हारा लायक नहीं हूँ। तो यही सबसे कोशिश करती हूँ कि हो सके कोई माँ का लाल मेरे बेटे की और मदद करो जो ये काम कर सके। तो अब वो मजबूर हो चुका है तो यही उसको टेंशन होती है कि मम्मी मैं क्या करूं क्या ना करूं। मैं कहीं जा नहीं सकता, पैरों से तो नहीं जा सकता हूं मगर हाथों से मेरी हिम्मत है, मैं सारा काम कर सकता हूं। बैठे वाला कोई भी काम होए। ਕਾਲਜ ਦੇ ਫਸਟ ਟਾਈਮ ਕਾਲਜ ਗਿਆ ਹੋਇਆ ਸੀ। ਕਾਲਜ ਤੋਂ ਬਾਅਦ ਵੀ ਮੈਨੂੰ ਪਾਰਸਲ ਦੇਣ ਵਾਸਤੇ ਜਾਣਾ ਪੈਣਾ ਸੀ ਅੰਬਾਲੇ। ਤੇ ਉਹ ਮੈਂ ਕਾਲਜ ਓਵਰ ਹੋਣ ਤੋਂ ਬਾਅਦ ਅੰਬਾਲੇ ਗਿਆ ਪਾਰਸਲ ਦੇਣ ਵਾਸਤੇ ਤੇ ਪਾਰਸਲ ਦੇ ਕੇ ਵਾਪਸ ਰਿਟਰਨ ਆ ਰਿਹਾ ਸੀ ਲੁਧਿਆਣੇ। ਜਾਂ ਪਤਾ ਨਹੀਂ ਕਿੱਦਾਂ ਮੇਰੇ ਨਾਲ ਕੀ ਹੋਇਆ ਕਿ ਮੈਂ ਟ੍ਰੇਨ ਤੋਂ ਬਾਹਰ ਜਾਂ ਤੱਕ ਟ੍ਰੇਨ ਤੋਂ ਸਲਿੱਪ ਹੋ ਕੇ ਕਿ ਮੇਰੇ ਪੈਰ ਸਾਰਾ ਕੁਝ ਮੇਰਾ ਡੈਮੇਜ ਹੋ ਗਿਆ ਬੋਡੀ ਦਾ। ਮੇਰੇ ਪੈਰ ਵੀ ਵੱਡੇ ਗਏ ਬਟ ਮੈਨੂੰ ਕੁਝ ਵੀ ਨਹੀਂ, ਮੈਂ ਤਾਂ ਬੇਹੋਸ਼ ਹੋ ਗਿਆ ਸੀ। ਮੈਨੂੰ ਕੁਝ ਨਹੀਂ, ਮੈਨੂੰ 7-8 ਦਿਨਾਂ ਬਾਅਦ ਪਤਾ ਲੱਗਾ ਕਿ ਮੇਰਾ ਇਹੋ ਜਿਹਾ ਹਾਲ ਹੋ ਗਿਆ। ਮੈਂ ਤਾਂ ਪਾਗਲ ਹੋ ਗਿਆ ਸੀ ਕਿ ਮੇਰੇ ਸੁਪਨੇ, ਮੈਂ ਆਪਣੇ ਮਾਂ-ਪਿਓ ਦੇ ਸੁਪਨੇ ਕਿੱਦਾਂ ਪੂਰੇ ਕਰਾਂਗਾ। ਹੁਣ ਮੈਂ ਕੁਝ ਨਹੀਂ ਕਰ ਸਕਦਾ ਬਟ ਆਪਣੇ ਮਾਂ-ਪਿਓ ਕਰਕੇ ਹਜੇ ਵੀ ਬੈਠਾ ਕਿ ਕੁਝ ਕਰਕੇ ਜ਼ਰੂਰ ਮੈਂ ਦਿਖਾਉਣਾ ਇਹਨਾਂ ਨੂੰ। ਮੇਰਾ ਸੁਪਨਾ ਇਹ ਸੀ ਕਿ ਮੈਂ ਆਪਣੇ ਮਿਹਨਤ ਦੀ ਕਮਾਈ ਨਾਲ ਆਪਣੇ ਮਾਂ-ਪਿਓ ਨੂੰ, ਆਪਣੇ ਘਰਦਿਆਂ ਨੂੰ, ਆਪਣੇ ਸਿਸਟਰਾਂ ਦਾ ਵਿਆਹ ਆਪਣੀ ਕਮਾਈ ਤੋਂ, ਕਿਉਂਕਿ ਸਭ ਤੋਂ ਵੱਡਾ ਮੈਂ ਹੀ ਸੀਗਾ ਘਰੇ। ਸਿਸਟਰਾਂ ਮੇਰੇ ਤੋਂ ਵੱਡੀਆਂ ਨੇ, ਬ੍ਰਦਰ ਮੇਰੇ ਤੋਂ ਛੋਟਾ ਸੀ, ਲਈ ਮੈਂ ਵੱਡਾ ਸੀ ਮਾਂ-ਪਿਓ ਦਾ ਆਪਣੇ। ਉਹ ਵੱਡੇ ਹੋਣ ਦੇ ਮੈਂ ਆਪਣੇ ਪੂਰੇ ਫਰਜ਼ ਨਿਭਾਉਣਾ ਚਾਹੁੰਦਾ ਸੀਗਾ।
ਕੁਝ ਕਰਕੇ ਵਿਖਾਉਣਾ ਸੀਗਾ। ਉਹ ਸੁਪਨੇ ਮੈਂ ਹਜੇ ਵੀ ਪੂਰੇ ਕਰਨੇ ਨੇ, ਹਿੰਮਤ ਹਜੇ ਵੀ ਹੈਗੀ ਆ, ਹਜੇ ਵੀ ਮੈਂ ਹਾਰਿਆ ਨਹੀਂ ਆਪਣੇ ਸੁਪਨਿਆਂ ਦੇ ਅੱਗੇ। ਮੇਰੀ ਬਟ ਮੈਂ ਪੈਰਾਂ ਨਾਲ ਤੁਰ ਫਿਰ ਤਾਂ ਸਕਦਾ ਨਹੀਂ, ਐ ਤਾਂ ਮੈਂ ਐਨੀ ਜੋਬ ਕਰ ਸਕਦਾ ਬੈਠਣ ਵਾਲੀ, ਗੌਰਮੈਂਟ ਵੱਲੋਂ ਵੀ ਜੋ ਵੀ ਜੋਬ ਮੈਨੂੰ ਬੈਠਣ ਵਾਲੀ ਮਿਲ ਸਕਦੀ ਆ ਉਹ ਵੀ ਕਰ ਸਕਦਾ, ਪ੍ਰਾਈਵੇਟ ਵੀ ਕਰ ਸਕਦਾ, ਬੈਠਣ ਵਾਲੀ ਜੋਬ ਮੈਂ ਐਨੀ ਜੋਬ ਕਰ ਸਕਦਾ। ਇੰਨੀ ਹਿੰਮਤ, ਇੰਨੀ ਬੋਡੀ 'ਚ ਹਿੰਮਤ ਹੈਗੀ ਆ ਹਾਲੇ ਵੀ ਕਿ ਪੜ੍ਹਾਈ ਦੇ ਨਾਲ ਨਾਲ ਮੈਂ ਜੋਬ ਵੀ ਕਰਨੀ ਆ, ਆਪਣੇ ਮਾਂ ਪਿਓ ਨੂੰ ਆਪਣੇ ਕਮਾਈ ਦੇ ਨਾਲ ਬਿਠਾਉਣਾ ਕਰੇ ਮੈਂ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਕਲਪਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਜ਼ਿੰਦਗੀ ਦੇ ਵਿੱਚ ਕਈ ਵਾਰੀ ਕੁਝ ਹਾਦਸੇ ਇਹੋ ਜਿਹੇ ਵਾਪਰਦੇ ਨੇ ਕਿ ਹਰ ਕਿਸੇ ਵੀ ਵਿਅਕਤੀ ਦੀ ਜਿਹੜੀ ਜ਼ਿੰਦਗੀ ਹੈ ਉਹ ਪੂਰੀ ਤਰੀਕੇ ਨਾਲ ਹੀ ਬਦਲ ਜਾਂਦੀ ਹੈ। ਗੱਲ ਹੁੰਦੀ ਹੈ ਕਿ 360 ਡਿਗਰੀ ਜਿਹੜੀ ਹੈ ਘੁੰਮ ਜਾਂਦੀ ਹੈ। ਤੇ ਬਿਲਕੁਲ ਅੱਜ ਅਸੀਂ ਜੋ ਤੁਹਾਨੂੰ ਮਿਲਾਉਣ ਜਾ ਰਹੇ ਕਿਹੋ ਜਿਹੇ ਸ਼ਖਸ ਨਾਲ ਹੀ ਮਿਲਾਉਣ ਜਾ ਰਹੇ ਹਾਂ ਜਿਸਨੇ ਨਿੱਕੀ ਉਮਰ ਦੇ ਵਿੱਚ ਹੀ ਬਹੁਤ ਸੁਪਨੇ ਦੇਖੇ ਸੀ। ਜਦ ਪੜ੍ਹਨ ਲਿਖਣ ਦੀ ਉਮਰ ਸੀ ਤੇ ਜਿਹੜੀ ਪੜ੍ਹਾਈ ਲਿਖਾਈ ਦੇ ਨਾਲ ਹੀ ਜਿਹੜੀ ਹੈ ਘਰ ਦੀ ਜ਼ਿੰਮੇਵਾਰੀ ਚੁੱਕਣ ਦਾ ਵੀ ਜਿਹੜਾ ਜਿੰਮਾ ਉਸਨੇ ਲੈ ਲਿਆ ਸੀ, ਨਾਲ ਪੜ੍ਹਾਈ ਦੇ ਨਾਲ ਕੰਮ ਕਰ ਰਿਹਾ ਸੀ। ਤੇ ਉਸੇ ਕੰਮ ਦੇ ਚੱਲਦੇ ਕਾਲਜ ਦਾ ਪਹਿਲਾ ਦਿਨ ਸੀ ਤੇ ਕਾਲਜ ਦੇ ਪਹਿਲੇ ਦਿਨ ਓਰੀਐਂਟੇਸ਼ਨ ਡੇ ਜਿਹੜਾ ਕੰਪਲੀਟ ਕਰਨ ਤੋਂ ਬਾਅਦ ਜੋ ਸਾਈਡ ਬਾਏ ਸਾਈਡ ਕੰਮ ਕਰ ਰਿਹਾ ਸੀ, ਆਪਣਾ ਇੱਕ ਪਾਰਸਲ ਜਿਹੜਾ ਹੈ ਦੂਜੇ ਸ਼ਹਿਰ ਦੇਣ ਲਈ ਪਹੁੰਚਿਆ ਸੀ ਤੇ ਵਾਪਸੀ ਦੌਰਾਨ ਇੱਕ ਇਹੋ ਜਿਹਾ ਹਾਦਸਾ ਵਾਪਰ ਜਾਂਦਾ ਹੈ ਜਿਸ ਤੋਂ ਬਾਅਦ ਜਿਹੜੀ ਹੈ ਉਸ ਸ਼ਖਸ ਦੀ, ਉਸ ਨੌਜਵਾਨ ਮੁੰਡੇ ਦੀ ਜਿਹੜੀ ਜ਼ਿੰਦਗੀ ਹੈ ਪੂਰੀ ਤਰੀਕੇ ਨਾਲ ਬਦਲ ਜਾਂਦੀ ਹੈ। ਤੇ ਬਿਲਕੁਲ ਉਹ ਜਿਹੜੀ ਘਟਨਾ ਹੈ ਬੜੀ ਦਰਦਨਾਕ ਘਟਨਾ ਹੈ ਜੋ ਵਾਪਰੀ, ਜਿਸ ਦੇ ਬਾਅਦ ਜਿਹੜਾ ਹੈ ਪਰਿਵਾਰ ਇੱਕ ਵਾਰੀ ਪੂਰੀ ਤਰੀਕੇ ਨਾਲ ਟੁੱਟ ਗਿਆ। ਉਹ ਨੌਜਵਾਨ ਮੁੰਡਾ ਜਿਸ ਦੇ ਹੌਸਲੇ ਕਾਫੀ ਬੁਲੰਦ ਸੀ ਉਹ ਟੁੱਟ ਗਿਆ। ਪਰ ਹੁਣ ਹੌਲੀ ਜਦ ਚੀਜ਼ਾਂ ਸੁਧਰ ਰਹੀਆਂ ਨੇ, ਹੌਲੀ ਟਰੈਕ ਤੇ ਆ ਰਹੀਆਂ ਨੇ, ਕਾਫੀ ਹੱਦ ਤੱਕ ਜਿਹੜਾ ਖੁਦ ਨੂੰ ਸੰਭਾਲਿਆ। ਬਿਲਕੁਲ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਤੁਹਾਨੂੰ ਮਿਲਵਾਉਣ ਜਾ ਰਹੀ ਹਾਂ ਮਨੋਜ ਨਾਲ, ਜਿਸਨੇ ਬਹੁਤ ਨਿੱਕੀ ਉਮਰ ਦੇ ਵਿੱਚ ਪਰਿਵਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਦਾ ਜਿਹੜਾ ਜਿੰਮਾ ਲਿਆ ਸੀ। ਬੜੇ ਸੁਪਨੇ ਵੇਖੇ ਸਨ ਪਰ ਉਹ ਸੁਪਨੇ ਕਿਸ ਤਰੀਕੇ ਨਾਲ ਚਕਨਾਚੂਰ ਹੋ ਗਏ ਇੱਕ ਹਾਦਸੇ ਦੇ ਚੱਲਦੇ। ਮਨੋਜ, ਕੀ ਹੋਇਆ ਸੀ ਉਸ ਦਿਨ? ਕਿਸ ਕੰਮ ਲਈ ਤੁਸੀਂ ਗਏ ਹੋਏ ਸੀ ਤੇ ਉੱਥੇ ਕੀ ਕੁਝ ਜਿਹੜਾ ਤੁਹਾਡੇ ਨਾਲ ਜਿਹੜਾ ਵਾਪਰਿਆ ਸੀ? ਮੈਂ ਕਾਲਜ ਗਿਆ ਸੀ, ਫਸਟ ਡੇ ਸੀ ਮੇਰਾ ਕਾਲਜ ਦਾ। ਮੈਂ ਆਪਣੀ ਜੌਬ ਵੀ, ਪੜ੍ਹਾਈ ਦੇ ਨਾਲ ਮੈਂ ਜੌਬ ਵੀ ਕਰਦਾ ਸੀ ਹਾਫ ਟਾਈਮ ਦੀ। ਉਹ ਕਾਲਜ ਦੇ ਫਸਟ ਟਾਈਮ ਕਾਲਜ ਗਿਆ ਹੋਇਆ ਸੀ। ਕਾਲਜ ਤੋਂ ਬਾਅਦ ਵੀ ਮੈਨੂੰ ਪਾਰਸਲ ਦੇਣ ਵਾਸਤੇ ਜਾਣਾ ਪੈਣਾ ਸੀ ਅੰਬਾਲੇ, ਤੇ ਉਹ ਮੈਂ ਕਾਲਜ ਓਵਰ ਹੋਣ ਤੋਂ ਬਾਅਦ ਅੰਬਾਲੇ ਗਿਆ ਪਾਰਸਲ ਦੇਣ ਵਾਸਤੇ ਤੇ ਪਾਰਸਲ ਦੇ ਕੇ ਵਾਪਸ ਰਿਟਰਨ ਆ ਰਿਹਾ ਸੀ ਲੁਧਿਆਣੇ ਰਿਟਰਨ ਆ ਰਿਹਾ ਸੀਗਾ। ਲੁਧਿਆਣੇ ਪਹੁੰਚਣ ਵਾਲਾ ਹੀ ਸੀਗਾ ਕਿ ਮੈਨੂੰ ਕਿਸੇ ਨੇ, ਜਾਂ ਪਤਾ ਨਹੀਂ ਕਿੱਦਾਂ ਮੇਰੇ ਨਾਲ ਕੀ ਹੋਇਆ ਕਿ ਮੈਂ ਟ੍ਰੇਨ ਤੋਂ ਬਾਹਰ ਜਾਂ ਧੱਕੇ ਟ੍ਰੇਨ ਤੋਂ ਸਲਿੱਪ ਹੋ ਕੇ ਕਿ ਮੇਰੇ ਪੈਰ, ਸਾਰਾ ਕੁਝ ਮੇਰਾ ਡੈਮੇਜ ਹੋ ਗਿਆ ਬੋਡੀ ਦਾ। ਮੇਰੇ ਪੈਰ ਵੀ ਵੱਡੇ ਗਏ ਬਟ ਮੈਨੂੰ ਕੁਝ ਵੀ ਨਹੀਂ, ਮੈਂ ਤਾਂ ਬੇਹੋਸ਼ ਹੋ ਗਿਆ ਸੀ, ਮੈਨੂੰ ਕੁਝ ਨਹੀਂ। ਮੈਨੂੰ 7-8 ਦਿਨਾਂ ਬਾਅਦ ਪਤਾ ਲੱਗਾ ਕਿ ਮੇਰਾ ਇਹੋ ਜਿਹਾ ਹਾਲ ਹੋ ਗਿਆ। ਮੈਂ ਤਾਂ ਪਾਗਲ ਹੋ ਗਿਆ ਸੀ ਕਿ ਮੇਰੇ ਸੁਪਨੇ, ਮੈਂ ਆਪਣੇ ਮਾਂ ਪਿਓ ਦੇ ਸੁਪਨੇ ਕਿੱਦਾਂ ਪੂਰੇ ਕਰਾਂਗਾ। ਜਦ ਇੱਕ ਇਹੋ ਜਿਹੀ ਜਿਹੜੀ ਹੈ ਘਟਨਾ ਵਾਪਰ ਜਾਂਦੀ, ਇਸ ਤਰੀਕੇ ਦੀ ਦਰਦਨਾਕ ਘਟਨਾ ਤੁਹਾਡੇ ਨਾਲ ਵਾਪਰੀ ਹੈ ਕਿ ਤੁਸੀਂ ਜਿਹੜੇ ਆਪਣੇ ਦੋਨੋਂ ਪੈਰ ਖੋ ਦਿੱਤੇ, ਜਦ ਇਹ ਤੁਹਾਨੂੰ ਪਤਾ ਲੱਗਿਆ, ਜਦ ਵੀ ਤੁਹਾਨੂੰ ਹੋਸ਼ ਆਇਆ, ਜਦ ਤੁਹਾਨੂੰ ਡਾਕਟਰ ਨੇ ਦੱਸਿਆ ਜਾਂ ਜਦ ਤੁਹਾਨੂੰ ਲੱਗਿਆ ਕਿ ਹੁਣ ਤੁਸੀਂ ਜਿਹੜਾ ਤੁਰ ਨਹੀਂ ਸਕਦੇ, ਉਦੋਂ ਕੀ ਕੁਝ ਜਿਹੜਾ ਤੁਹਾਡੇ ਤੇ ਬੀਤੀ ਸੀ? ਕਿਸ ਤਰੀਕੇ ਨਾਲ ਉਦੋਂ ਜਿਹੜਾ ਤੁਸੀਂ ਖੁਦ ਨੂੰ ਸਾਂਭਿਆ ਤਾਂ ਨਹੀਂ, ਮੈਂ ਪਾਗਲ ਹੋ ਗਿਆ ਸੀ ਕਿ ਆਪਣੇ ਮਾਂ ਪਿਓ ਦੇ ਮੈਂ ਸੁਪਨੇ ਕਿੱਦਾਂ ਪੂਰੇ ਕਰਾਂਗਾ। ਹੁਣ ਮੈਂ ਕੁਝ ਨਹੀਂ ਕਰ ਸਕਦਾ ਬਟ ਆਪਣੇ ਮਾਂ ਪਿਓ ਕਰਕੇ ਹਜੇ ਵੀ ਬੈਠਾ ਕਿ ਕੁਝ ਕਰਕੇ ਜ਼ਰੂਰ ਮੈਂ ਦਿਖਾਉਣਾ ਇਹਨਾਂ ਨੂੰ। ਇਸ ਹਾਲ 'ਚ ਵੀ ਅਧੂਰਾ ਨਹੀਂ ਰਹਿ ਸਕਦਾ, ਪੂਰਾ ਕਰਕੇ ਜ਼ਰੂਰ ਦਿਖਾਉਣਾ ਮੈਂ। ਮਨੋਜ, ਇਸ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ, ਬਿਲਕੁਲ
ਜਿਵੇਂ ਤੁਹਾਡੇ ਮੰਮਾ ਪਾਪਾ ਨੇ ਵੀ ਦੱਸੀ ਇਹ ਗੱਲ ਕਿ ਇਸ ਹੱਦ ਤੱਕ ਤੁਸੀਂ ਮਿਹਨਤ ਕਰਦੇ ਸੀ, ਬੜੀ ਨਿੱਕੀ ਉਮਰ ਤੋਂ ਜਿਹੜਾ ਇਹ ਕੰਮ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਘਰ ਦੀ ਜ਼ਿੰਮੇਵਾਰੀਆਂ ਦੇ ਵਿੱਚ ਥੋੜ੍ਹਾ ਜਿਹਾ ਜਿਹੜਾ ਤੁਸੀਂ ਵੀ ਆਪਣਾ ਹਿੱਸਾ ਪਾ ਸਕੋ। ਤੇ ਇਸ ਦੌਰਾਨ ਹੋਰ ਕੀ ਕੁਝ ਸੁਪਨੇ ਸੀ, ਕੀ ਕੁਝ ਬਣਨਾ ਚਾਹੁੰਦੇ ਸੀ ਤੁਸੀਂ? ਕਿਸ ਤਰੀਕੇ ਨਾਲ ਕਾਲਜ ਦਾ ਪਹਿਲਾ ਦਿਨ ਸੀ ਜਦੋਂ ਇਹ ਘਟਨਾ ਵਾਪਰ ਜਾਂਦੀ, ਕਾਲਜ ਨੂੰ ਵੀ ਲੈ ਕੇ ਬੜੇ ਸੁਪਨੇ ਹੋਣਗੇ, ਕੀ ਕੁਝ ਸੁਪਨੇ ਸੀ ਤੁਹਾਡੇ? ਮੇਰਾ ਸੁਪਨਾ ਇਹ ਸੀ ਕਿ ਮੈਂ ਆਪਣੇ ਮਿਹਨਤ ਦੀ ਕਮਾਈ ਨਾਲ ਆਪਣੇ ਮਾਪਿਆਂ ਨੂੰ, ਆਪਣੇ ਘਰਦਿਆਂ ਨੂੰ, ਆਪਣੇ ਸਿਸਟਰਾਂ ਦਾ ਵਿਆਹ ਆਪਣੀ ਕਮਾਈ ਤੋਂ, ਕਿਉਂਕਿ ਸਭ ਤੋਂ ਵੱਡਾ ਮੈਂ ਹੀ ਸੀਗਾ ਘਰੇ। ਸਿਸਟਰਾਂ ਮੇਰੇ ਤੋਂ ਵੱਡੀਆਂ ਨੇ, ਬ੍ਰਦਰ ਮੇਰੇ ਤੋਂ ਛੋਟਾ ਸੀ, ਇਸ ਲਈ ਮੈਂ ਵੱਡਾ ਸੀ ਮਾਪਿਆਂ ਦਾ ਆਪਣੇ। ਉਹ ਵੱਡੇ ਹੋਣ ਦੇ ਮੈਂ ਆਪਣੇ ਪੂਰੇ ਫਰਜ਼ ਨਿਭਾਉਣਾ ਚਾਹੁੰਦਾ ਸੀਗਾ, ਕੁਝ ਕਰਕੇ ਵਿਖਾਉਣਾ ਸੀਗਾ। ਉਹ ਸੁਪਨੇ ਮੈਂ ਹਜੇ ਵੀ ਪੂਰੇ ਕਰਨੇ ਨੇ, ਹਿੰਮਤ ਹਜੇ ਵੀ ਹੈਗੀ ਆ, ਹਜੇ ਵੀ ਮੈਂ ਹਾਰਿਆ ਨਹੀਂ ਆਪਣੇ ਸੁਪਨਿਆਂ ਦੇ ਅੱਗੇ। ਬੜੀ ਚੰਗੀ ਗੱਲ ਹੈ। ਬੜਾ ਇਹ ਚੀਜ਼ ਜਿਹੜੀ ਹੈ ਹਰ ਕਿਸੇ ਲਈ ਬੜੀ ਇੰਸਪੀਰੇਸ਼ਨਲ ਜਿਹੜੀ ਹੈ ਲੱਗੇਗੀ ਉਹਨਾਂ ਨੂੰ ਕਿ ਇੰਨੀ ਦਰਦਨਾਕ ਘਟਨਾ ਵਾਪਰੀ, ਬਹੁਤ ਕੁਝ ਜਿਹੜਾ ਹੈ ਜ਼ਿੰਦਗੀ ਤੁਹਾਡੀ 360 ਡਿਗਰੀ ਘੁੰਮ ਗਈ, ਪਰ ਉਸ ਤੋਂ ਬਾਅਦ ਵੀ ਤੁਸੀਂ ਹਿੰਮਤ ਨਹੀਂ ਹਾਰ ਰਹੇ ਹੋ। ਬਿਲਕੁਲ ਬਹੁਤ ਵਧੀਆ ਗੱਲ ਹੈ, ਕਿਉਂਕਿ ਬਹੁਤ ਘੱਟ ਲੋਕ ਹੀ ਕਰ ਪਾਉਂਦੇ ਨੇ। ਤੁਹਾਡੇ ਵਿੱਚ ਹਲੇ ਵੀ ਜਿਹੜਾ ਉਹੀ ਜੋਸ਼ ਹੈ, ਉਹੀ ਜਿਹੜੇ ਹੌਸਲੇ ਹਲੇ ਵੀ ਬੁਲੰਦ ਨੇ। ਕਿਸ ਤਰੀਕੇ ਦੇ ਮੌਕੇ ਦੀ ਤਲਾਸ਼ ਦੇ ਵਿੱਚ ਹੋ? ਕਿਸ ਤਰੀਕੇ ਨਾਲ ਚਾਹੁੰਦੇ ਹੋ ਕਿ ਤੁਸੀਂ ਜਿਹੜਾ ਹੈ ਹਲੇ ਵੀ ਜ਼ਿੰਮੇਵਾਰੀ ਆਪਣੇ ਸਿਰ ਲੈ ਸਕੋ? ਕਿਸ ਤਰੀਕੇ ਨਾਲ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਤੁਹਾਨੂੰ ਕੋਈ ਇੱਕ ਮੌਕਾ ਦੇਵੇ ਤੇ ਤੁਸੀਂ ਉਹਦੀ ਜਿਹੜੀਆਂ ਉਮੀਦਾਂ ਤੇ ਵੀ ਜਿਹੜੇ ਖਰੇ ਉਤਰੋਗੇ ਤੇ ਉਸ ਤੋਂ ਬਾਅਦ ਆਪਣੇ ਪਰਿਵਾਰ ਦੀ ਉਮੀਦਾਂ ਤੇ ਵੀ ਖਰੇ ਉਤਰੋਗੇ? ਮੈਂ ਬੈਠਣ ਵਾਲੀ ਬਾਡੀ ਤਾਂ ਕੰਡੀਸ਼ਨ ਫੁੱਲ ਹੋ ਕੇ ਆ ਮੇਰੀ, ਬਟ ਮੈਂ ਪੈਰਾਂ ਨਾਲ ਤੁਰ ਫਿਰ ਤਾਂ ਸਕਦਾ ਨਹੀਂ। ਐਂ ਤਾਂ ਮੈਂ ਐਨੀ ਜੋਬ ਕਰ ਸਕਦਾ ਬੈਠਣ ਵਾਲੀ, ਗੌਰਮੈਂਟ ਵੱਲੋਂ ਵੀ ਜੋ ਵੀ ਜੋਬ ਮੈਨੂੰ ਬੈਠਣ ਵਾਲੀ ਮਿਲ ਸਕਦੀ ਆ ਉਹ ਵੀ ਕਰ ਸਕਦਾ, ਪ੍ਰਾਈਵੇਟ ਵੀ ਕਰ ਸਕਦਾ। ਬੈਠਣ ਵਾਲੀ ਜੋਬ ਮੈਂ ਐਨੀ ਜੋਬ ਕਰ ਸਕਦਾ। ਇੰਨੀ ਹਿੰਮਤ, ਇੰਨੀ ਬਾਡੀ 'ਚ ਹਿੰਮਤ ਹੈਗੀ ਆ ਹਾਲੇ ਵੀ ਕਿ ਪੜ੍ਹਾਈ ਦੇ ਨਾਲ ਨਾਲ ਮੈਂ ਜੋਬ ਵੀ ਕਰਨੀ ਆ, ਆਪਣੇ ਮਾਂ ਪਿਓ ਨੂੰ ਆਪਣੇ ਕਮਾਈ ਦੇ ਨਾਲ ਬਿਠਾਉਣਾ ਕਰੇ ਮੈਂ। ਨਾਲ ਹੀ ਆਪਣੀ ਜਿਹੜੀ ਦੋ ਤੁਹਾਡੀ ਭੈਣਾਂ ਨੇ ਤੁਹਾਡੇ ਤੋਂ ਵੱਡੀਆਂ, ਉਹਨਾਂ ਦੇ ਤੁਸੀਂ ਵਿਆਹ ਕਰਨ ਦੇ ਸੁਪਨੇ ਵੀ ਦੇਖੇ ਸੀ। ਉਹਨਾਂ ਦੇ ਵਿਆਹ ਵੀ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੀ ਕਮਾਈ ਦੇ ਨਾਲ ਕਰ ਸਕੋ ਤਾਂ ਜੋ ਤੁਹਾਡੇ ਜਿਹੜੇ ਫਾਦਰ ਸਾਹਿਬ, ਤੁਹਾਡੇ ਜਿਹੜੇ ਮੰਮਾ ਨੇ, ਉਹਨਾਂ 'ਤੇ ਜ਼ਿਆਦਾ ਜਿਹੜਾ ਬੋਝ ਨਾ ਪਵੇ। ਅਬ ਮੈਂ ਆਪਣੀ ਦੋਨੋਂ ਸਿਸਟਰਾਂ ਦੇ ਵਿਆਹ ਵੀ ਆਪਣੀ ਕਮਾਈ ਦੇ ਨਾਲ ਕਰਨ ਦੇ ਸੁਪਨੇ ਵੇਖੇ ਸੀ। ਉਹ ਵੀ ਮੇਰੇ ਸੁਪਨੇ ਹਲੇ ਪੈਂਡਿੰਗ 'ਚ ਪਏ, ਉਹ ਵੀ ਮੈਂ ਪੂਰੇ ਕਰਨੇ ਹੈਗੇ। ਕਿਸੇ ਇਸ ਸਾਲ 'ਚ ਵੀ ਪੂਰੇ ਕਰਕੇ ਵਿਖਾਉਣੇ। ਆਪਣੀ ਸਿਸਟਰਾਂ ਦੇ ਵੀ ਵਿਆਹ ਮੈਂ ਆਪਣੀ ਕਮਾਈ ਤੋਂ ਕਰਕੇ ਵਿਖਾਉਣੇ ਆ। ਬਿਲਕੁਲ, ਅਸੀਂ ਤੁਹਾਨੂੰ ਮਨੋਜ ਨਾਲ ਤਾਂ ਮਿਲਵਾ ਹੀ ਚੁੱਕੇ ਹਾਂ ਤੇ ਹੁਣ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਮੰਮਾ। ਬਿਲਕੁਲ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। आंटी, ये हादसा हुआ, दर्दनाक हादसा हुआ, क्या हुआ था उस दौरान? क्या कुछ जब आपको पता चला तो आप पे क्या कुछ बीती थी उस समय? बेटा, हमने तो बहुत खुश थे कि मेरा बेटा कॉलेज जाएगा। हम अपनी मेहनत से अपने बेटे को कॉलेज भेजा था। वहाँ से जब शाम होगी पता चला मेरे बेटे के पैर नहीं रहे, तो जी करता था मेरा कि मैं जगरांव पुल पहुंची हूँ तो कि मैं नीचे पुल के चली जाऊँ कि मैं बेटा अपना कैसे पाऊँगी। वहाँ पर पहुँची तो मेरा बेटा बिल्कुल बुरा हाल में था, मेरे से कुछ भी नहीं बर्दाश्त था। सिर्फ इतने मेरी आवाज़ निकली थी कि हाँ, कि रोने की जगह हाँ निकली, हाय बेटा क्या हुआ, तो इतना भी बोल नहीं पाई। मैं बेहोश होगी, मेरे को लोगों ने उठा के बाहर कर दिया, बेटा लेके अंदर चले गए। बिल्कुल ही मेरा सपने जो थे बड़े बेटे के कि 6 फुट लंबा था, साफ सुथरा था, इतना था कि मेरा ये नाम रोशन करेगा। जहाँ मैं बैठाती थी कोई नशा नहीं करता था, कोई पत्ता नहीं करता था, जहाँ मैं भेजती थी वहाँ जाता था, जहाँ नहीं कहती मना कर देती थी वहाँ नहीं जाता था। तो मेरे को बहुत विश्वास था कि मेरा बेटा लायक बनेगा। जब मेरे बेटे के दोनों पैर नहीं रहे तो मेरे दिल के टुकड़े टुकड़े हो गए। मैं कैसे संभालूंगी? अभी लगे तो ये था कि मेरा बेटा ठीक हो जाएगा तो भी सब कुछ है। अब मेरे को ये लगता है कि नहीं, इसके मैं नहीं रहूंगी तो इसकी देखभाल कौन करेगा? कि यूँ मैं गरीब हूँ, मेरे पास बस दिहाड़ी के अलावा और कोई सर्विस नहीं है, तो जब नहीं रहूंगी इनके तो क्या हाल होएगा? मेरी तो यही है कि इनको कोई काम मिल जाए मेरे जीते जी सामने, तो इनकी ज़िंदगी आसान हो पाए कि कोई बहन, कोई भाई, कोई मोहल्ला, कोई पड़ोसी रिश्तेदार इनको रोटी दे सकेगा। ये चीज़ के लिए बहुत टेंशन है इनका कि हम तो अब कुछ कर नहीं सकते कि 2 बेटियां हैं उनकी ही शादी कर सकते हैं। तो इनकी जो कोई गवर्नमेंट कोई भी बैठे वाला काम दिया जाए तो ये कर सकें तो हम आसानी से जी सकूंगी और
ना रहने पर हमें ये पता चलेगा कि मेरा बेटा खा लेगा, कोई भी देगा। जब इनके पास होएगा नहीं तो यही टेंशन होती है कि काम नहीं होएगा तो आजकल ज़माने में कोई रोटी नहीं किसी को देता। हर इंसान को अपना अपना परिवार पालना बहुत कठिन है। तो वो रात दिन हमें बहुत चिंता सता रही। मेरी तो यही हाथ जोड़ के विनती है कि जान बख्शी हो महाराज। और ये संसार ने, निरंकारी ने, सारे ने बहुत मेहनत की है, बहुत इसको सारा कुछ दिया है। क्यों ये दिया? इसके 2 पॉइंट खून नहीं था, सारे ने खून भी दिया है, दवा इलाज के लिए पैसा भी मदद की है कि रोटों पर खड़े होके 10-10, 5-5 रुपया इकट्ठा करके उन्होंने इलाज कराई है। तो इनके यही सपना है कि हम जो कुछ करेंगे तो नई जैसे काम मिल जाएगा तो हम किसी का और तो कर्जा नहीं उतार सकते हैं, तो सबके सामने यही दिखाऊंगी कि मैं रोटी आपने बचाया है तो हम तुम्हारे सामने खा कर रहे हैं। इनको ये फिक्र है कि इतनी बड़ी उम्र में मेरी मम्मी डायपर बांधती थी, तो वो जब इनको होश आया तो यही लगता है कि हम अपने माँ प्यो की सेवा कर सकें कि इतनी बड़ी उम्र में कौन बच्चा अपनी माँ से आप प्यो से कराएगा। तो इनको यही फिक्र होती कि मेरे को कोठे से फेंक दो, नहर में फेंक दो, मेरी सेवा मत करो, मैं तुम्हारा लायक नहीं हूँ, तुम्हारे कोई योग्य नहीं रहा हूँ, मम्मी मेरे को माफ़ कर दो, मैं नहीं वो कर सकती हूँ। तो इनको मैंने नहीं छोड़ा, सबसे कितनी विनती करके, सबसे हाथ जोड़ के इनका किया है और सबने कर रहे हैं, किया थे इलाज, बहुत मदद की तो इनकी इलाज होगी है, ठीक है। 2 साल से मेरे को कुछ नहीं पता था किससे मैं क्या बतलाऊं, क्या कहूं, क्या ना कहूं। अब यही है 2 साल हो गए हैं। पिछली जुलाई में जब हुआ था 2019 में हुआ था, तो दिन बुधवार था, 24 तारीख थी। तब से मेरे को अब धीरे धीरे अब थोड़ा दिल पक्का होने लगा है। तो यही सबसे कोशिश करती हूँ कि हो सके कोई माँ का लाल मेरे बेटे की और मदद करो, जो ये काम कर सके, आपके सामने काम कर सकें। तो ये भी तो कहोगे कि इसी के में मैंने खून दिया था, इसी के मैंने 100 रुपये दिए थे या 50 रुपये दिए थे या 10 रुपये दिए थे, तो ये बैठा है मेरे सामने। तो इस करके मैं कह रही हूँ कि उनके सामने और मदद नहीं कर सकता, तो इतना तो सामने जाएगा तो ये तो ध्यान रहेगा कि हमने किया था। घर में 2 बेटियां भी हैं आपकी और इसके साथ ही मनोज है, मनोज से एक छोटा भाई भी है, यानी आपका एक छोटा बेटा भी है। तो 2 बेटियां, उनकी शादी भी अभी करनी है ना। शादी को भी लेके मनोज के कुछ सपने थे कि वो चाहता था कि दोनों बहनों की जो शादी है वो खुद करे। कि सबसे ज़्यादा मैं अपनी बहनों की शादी धूमधाम से करूँगी, सबसे ज़्यादा धूमधाम से करूँगी कि मैं बड़ा, हाँ हता तो छोटा बहनों से, मगर फिर भी उसका ध्यान था कि मैं अपने धूमधाम से करूँगी। सबसे ज़्यादा महंगी महंगी चीज़ें, दहेज, हर एक चीज़ ज़्यादा मैं दूंगी कि ये ना लगे कि मेरी बहनों को कि मेरे माँ बाप एक मजबूर अने दिहाड़ी वाले थे, ऐसी शादी की है। वो कहता था मैं खुद करूँगी, पढ़ लिख के मैं अपनी जरिया कर लूँगी, तुम बहनों की शादी धूमधाम से करूँगी। तो अब वो मजबूर हो चुका है, तो यही उसको टेंशन होती है कि मम्मी मैं क्या करूं, क्या ना करूं, मैं कहीं जा नहीं सकता, पैरों से तो नहीं जा सकता मगर हाथों से मेरी हिम्मत है, मैं सारा काम कर सकता हूं। बैठे वाला कोई भी काम होए, बैठे वाला मैं काम कर लूँगी। तो मेरे को बैठे वाला काम कोशिश करो, सबसे कहो कि मेरे को काम दिया जाए, कि मैं नहीं जा सकता हूं तो आप जहाँ जहाँ जाओ तहाँ मेरी आवाज़ पहुँचाओ कि मेरे को काम दिया जाए। बिल्कुल अंकल, जब ये दर्दनाक घटना हुई, आप लोगों पर दुख का पहाड़ टूट गया। उस दुख भरी घड़ी में आप लोगों का किसी ने साथ दिया था? कोई सामने आया मदद के लिए? क्योंकि इस इलाज में भी बात हुई थी कि बहुत जो है लाखों में खर्चा हुआ, तो किसने मदद की? हमारे निरंकारी महापुरुष ने जो है बहुत मदद की और सामने आ गए, सारे सब कुछ छोड़ के आ गए। फिर जा कर के रोटों पे जिसने सुना वो भी आए, निरंकारी और साकारी सारे मिलके जिसने सुना सारे आ गए। उसके बाद में रोटों पे भी करके भीख मांगी, दिखा करके फोटो, तो बहुत जिसने देखा सारे मदद किया और जिसने सुना वो भी मदद किया और सारे मदद कर रहे हैं और किया है। और ये सपना था कि हमारा बेटा कुछ पहले भी काम करने की बहुत शख्स था इनका,
उसके बाद में अब कहता है कि पापा मेरे दोनों पैर नहीं है, फिर भी मेरा मन है कि मेरे को सब कुछ हम ठीक हैं, फिर भी हम कहीं बैठने वाला काम हमको सरकार मेरे को दे, एक बार चांस दे कि हम काम करें और मेहनत हाथों से काम करेंगे। और यही चांस है कि बेटे के हमारे एक बार चांस ज़रूर दिया जाए। हम सरकार से हाथ जोड़ के विनती करता हूँ और यही कहता हूँ कि सरकार बच्चे को हेल्प ज़रूर करे मेरे बेटे को। ਬਿਲਕੁਲ ਤੇ ਇਹ ਅਸੀਂ ਤੁਹਾਨੂੰ ਮਿਲਵਾਇਆ ਉਸ ਸ਼ਖਸ ਨਾਲ, ਮਨੋਜ ਦੇ ਨਾਲ, ਤੇ ਇਸ ਦੇ ਨਾਲ ਹੀ ਉਹਨਾਂ ਦੇ ਫੈਮਿਲੀ ਮੈਂਬਰਸ ਨਾਲ ਵੀ ਗੱਲਬਾਤ ਕੀਤੀ ਕਿ ਕਿਸ ਤਰੀਕੇ ਨਾਲ 2 ਸਾਲ ਪਹਿਲਾਂ ਇੱਕ ਦਰਦਨਾਕ ਘਟਨਾ ਵਾਪਰਦੀ ਹੈ, ਉਸ ਤੋਂ ਬਾਅਦ ਜਿਹੜੀ ਹੈ ਜ਼ਿੰਦਗੀ ਜਿਹੜੀ ਹੈ ਪੂਰੀ ਬਦਲ ਜਾਂਦੀ ਹੈ। ਮਨੋਜ ਇੱਕ ਨੌਜਵਾਨ ਮੁੰਡਾ ਜਿਸ ਦੇ ਸੁਪਨੇ ਬਹੁਤ ਸਨ, ਪਰ ਕਿਉਂਕਿ ਉਸ ਹਾਦਸੇ ਦੇ ਵਿੱਚ ਉਸਦੇ ਦੋਨੋਂ ਪੈਰ ਜੋ ਹੈ ਆਪਣੇ ਉਹ ਦੋਨੋਂ ਪੈਰ ਗਵਾ ਲੈਂਦਾ ਹੈ, ਉਸਦੇ ਸੁਪਨੇ ਜਿਹੜੇ ਨੇ ਕਾਫੀ ਹੱਦ ਤੱਕ ਚਕਨਾਚੂਰ ਹੋ ਜਾਂਦੇ ਨੇ, ਪਰ ਇਹ 2 ਸਾਲ ਦੇ ਵਿੱਚ ਉਹ ਵਾਪਸ खुद ਨੂੰ ਸਮੇਟਦਾ ਹੈ, ਸੰਭਾਲਦਾ ਹੈ ਤੇ ਹਲੇ ਵੀ ਜਿਹੜੀ ਹੈ ਇੱਕ ਜੋ ਕਾਬਿਲੇ ਤਾਰੀਫ ਹੈ ਕਿ ਉਹ ਹਲੇ ਵੀ ਜਿਹੜਾ ਹਿੰਮਤ ਨਹੀਂ ਹਾਰ ਰਿਹਾ ਹੈ, ਉਸਦੇ ਹੌਸਲੇ ਹਲੇ ਵੀ ਬੁਲੰਦ ਨੇ ਤੇ ਹਲੇ ਵੀ ਉਸਦਾ ਮਨ ਇੱਕੋ ਹੀ ਹੈ ਕਿ ਜੋ ਜ਼ਿੰਮੇਵਾਰੀ ਦਾ ਜਿੰਮਾ ਉਹ ਪਹਿਲਾਂ ਲੈਣਾ ਚਾਹੁੰਦਾ ਸੀ ਕਿ ਉਹ ਪਰਿਵਾਰ ਦੀ ਜ਼ਿੰਮੇਵਾਰੀ ਦੇ ਵਿੱਚ, ਜੋ ਪਰਿਵਾਰ ਦੀ ਜ਼ਿੰਮੇਵਾਰੀ ਸੀ ਉਸ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਸੀ, ਉਸੇ ਤਰੀਕੇ ਨਾਲ ਆਪਣੀ ਜਿਹੜੇ 2 ਭੈਣਾਂ ਨੇ ਉਸ ਦਾ ਵਿਆਹ ਕਰਵਾਉਣਾ ਚਾਹੁੰਦਾ ਸੀ ਤੇ ਹਲੇ ਵੀ ਉਸ ਇੱਕ ਮੌਕੇ ਦੀ ਤਲਾਸ਼ ਦੇ ਵਿੱਚ ਕਿ ਉਸ ਨੂੰ ਇੱਕ ਮੌਕਾ ਮਿਲੇ, ਕਿਉਂਕਿ ਉਸਦੇ ਹੌਸਲੇ ਇੰਨੇ ਬੁਲੰਦ ਨੇ। ਉਸਦਾ ਕਹਿਣਾ ਹੈ ਕਿ ਭਾਵੇਂ ਉਸਦੇ ਦੋਨੋਂ ਪੈਰ ਨਹੀਂ ਰਹੇ ਪਰ ਉਸਦਾ ਸਰੀਰ, ਉਸਦਾ ਦਿਮਾਗ, ਉਸਦੇ ਦੋਨੋਂ ਹੱਥ ਕੰਮ ਕਰਦੇ ਨੇ ਤੇ ਹਲੇ ਵੀ ਜਦ ਉਸਨੂੰ ਕੋਈ ਵੀ ਵਿਅਕਤੀ ਇਹੋ ਜਿਹਾ ਮੌਕਾ ਦੇਵੇਗਾ ਜਿੱਥੇ ਉਹ ਜਿਹੜਾ ਕੰਮ ਕਰ ਸਕੇ, ਹੱਕ ਦੀ ਕਮਾਈ ਦੀ ਗੱਲ ਹੋ ਰਹੀ ਹੈ, ਹਲੇ ਵੀ ਉਹ ਮੁੰਡਾ ਹੱਕ ਦੀ ਕਮਾਈ ਦੇ ਲਈ ਜਿਹੜੀ ਹੈ ਮੰਗ ਕਰ ਰਿਹਾ ਕਿ ਉਸਨੂੰ ਇੱਕ ਵਾਰੀ ਹੱਕ ਦੀ ਕਮਾਈ ਲਈ ਮੌਕਾ ਦਿੱਤਾ ਜਾਵੇ ਤੇ ਉਹ ਹਰ ਕਿਸੇ ਦੀ ਉਮੀਦਾਂ ਤੇ ਵੀ ਖਰਾ ਉਤਰੇਗਾ। ਉਸ ਤੋਂ ਇਲਾਵਾ ਆਪਣੇ ਵੀ ਸੁਪਨੇ ਜਿਹੜੇ ਨੇ, ਆਪਣੇ ਪਰਿਵਾਰ ਦੇ ਜਿਹੜੇ ਸੁਪਨੇ ਨੇ ਤੇ ਜੋ ਜ਼ਿੰਮੇਵਾਰੀਆਂ ਨੇ ਉਸ ਨੂੰ ਵੀ ਪੂਰਾ ਕਰ ਵਿਖਾਏਗਾ। ਕੈਮਰਾਮੈਨ ਮਨੀਸ਼ ਕੁਮਾਰ ਦੇ ਨਾਲ ਕਲਪਨਾ, ਵੇਖਦੇ ਰਹੋ ਦਾ ਸਿਟੀ ਹੈਡਲਾਈਨਸ।